हेलो नन्हे दोस्तों, मेरे यूट्यूब चैनल ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸੋ ਅੱਜ ਆਪਾਂ ਲਾਈਟ ਪਾਰਟ 1 ਆਪਾਂ ਪਿਛਲੇ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ ਐਮਸੀਕਿਊਜ਼ ਉਸਦੇ। ਹੁਣ ਆਪਾਂ ਲਾਈਟ ਪਾਰਟ 2 ਦੇ ਐਮਸੀਕਿਊ ਦੇ ਇੱਕ ਹੋਰ ਆਪਾਂ ਜਿਹੜਾ ਹੈ ਕੁਝ ਐਮਸੀਕਿਊਜ਼ ਕਰਾਂਗੇ ਆਪਾਂ ਪਾਰਟ 2 ਦੇ ਵਿੱਚ। ਸੋ ਪਿਛਲੇ ਲੈਕਚਰ ਦੇ ਵਿੱਚ ਕਾफ़ी ਪਾਰਟਿਸਿਪੇਸ਼ਨ ਹੋਈ ਹੈ। ਸੋ ਮੈਂ ਉਮੀਦ ਕਰਦਾ ਵੀ ਇਸ ਵਾਰ ਵੀ ਕਾफ़ੀ ਸਾਰੇ ਬੱਚੇ ਪਾਰਟਿਸਿਪੇਟ ਕਰਨਗੇ। ਸੋ ਤੁਸੀਂ ਆਪਣੇ ਕਾਪੀ ਪੈਨ ਦੇ ਨਾਲ ਤਿਆਰ ਰਹੋ। 10 ਕੁਐਸਚਨਸ ਨੇ, 10 ਕੁਐਸਚਨ ਆਪਾਂ 1 ਬਾਏ 1 ਕੁਐਸਚਨਸ ਨੂੰ ਡਿਸਕਸ ਕਰਾਂਗੇ ਔਰ ਨਾਲ ਦੀ ਨਾਲ ਉਹਨਾਂ ਦੇ ਆਨਸਰ ਲੱਭਾਂਗੇ। ਔਰ ਤੁਸੀਂ ਨੋਟ ਕਰਨਾ ਹੈ ਕਿ ਤੁਹਾਡੇ ਕਿੰਨੇ ਆਨਸਰ ਜਿਹੜੇ ਨੇ ਉਹ ਠੀਕ ਹੁੰਦੇ ਨੇ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਸਕੋਰ ਲਿਖ ਸਕਦੇ ਹੈਗੇ ਹੋ। ਸੋ ਲੈਟ ਅਸ ਸਟਾਰਟ। ਆਪਾਂ ਅੱਜ ਸ਼ੁਰੂ ਕਰਾਂਗੇ। ਅੱਜ ਆਪਾਂ ਰਿਫਰੈਕਸ਼ਨ ਦੇ ਉੱਤੇ ਕਰਾਂਗੇ। ਅੱਜ ਦਾ ਜਿਹੜਾ ਐਮਸੀਕਿਊਜ਼ ਨੇ ਥੋੜ੍ਹੇ ਜਿਹੇ ਟ੍ਰਿਕੀ ਨੇ, ਥੋੜ੍ਹਾ ਜਿਹਾ ਲੈਵਲ ਆਪਾਂ ਹਾਈ ਰੱਖਿਆ ਇਸ ਵਾਰ। ਸੋ ਆਲ ਦਾ ਬੈਸਟ। ਆਪਾਂ ਸ਼ੁਰੂ ਕਰਦੇ ਹਾਂ। ਸੋ ਲੈਟ ਅਸ ਮੂਵ ਔਨ ਟੂ ਦਾ ਫਸਟ ਕੁਐਸਚਨ। ਆਪਾਂ ਪਹਿਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਸੋ ਦਾ ਫਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਡਾਇਗਰਾਮ ਰੀਪ੍ਰਜੈਂਟ ਦਾ ਕਰੈਕਟ ਪਾਥ ਆਫ ਦੀ ਰੇਜ਼। ਇੱਥੇ 4 ਡਾਇਗਰਾਮਸ ਤੁਹਾਨੂੰ ਦਿੱਤੀਆਂ ਗਈਆਂ ਨੇ। ਆਪਾਂ ਦੱਸਣਾ ਹੈ ਦੇ ਵਿੱਚ ਵੀ ਕਿਹੜੀ ਡਾਇਗਰਾਮ ਠੀਕ ਬਣੀ ਹੈ, ਜਿਹੜੀ ਬਿਲਕੁਲ ਸਹੀ ਰੀਪ੍ਰਜੈਂਟ ਹੋ ਰਹੀ ਹੈ, ਉਹ ਕਿਹੜੀ ਡਾਇਗਰਾਮ ਹੈ, ਵਿਚ ਡਾਇਗਰਾਮ ਇਜ਼ ਕਰੈਕਟ ਵਨ। ਸੋ ਅਗਰ ਆਪਾਂ ਦੇਖੀਏ ਫਸਟ ਨੂੰ ਦੇਖੀਏ ਤਾਂ ਫਸਟ ਦੇ ਵਿੱਚ ਰੇ ਬਿਲਕੁਲ ਆਪਟੀਕਲ ਸੈਂਟਰ ਵਿੱਚੋਂ ਨਿਕਲ ਰਹੀ ਹੈ, ਲੈਂਸ ਦੇ ਬਿਲਕੁਲ ਅੰਦਰੋਂ ਨਿਕਲ ਰਹੀ ਹੈ। ਔਰ ਆਪਾਂ ਨੂੰ ਪਤਾ ਜਦੋਂ ਵੀ ਆਪਟੀਕਲ ਸੈਂਟਰ ਵਿੱਚੋਂ ਰੇ ਨਿਕਲਦੀ ਤਾਂ ਉਹ ਬਿਲਕੁਲ ਸਟ੍ਰੇਟ ਜਾਂਦੀ ਹੈ, ਬਿਨਾਂ ਮੁੜੇ ਜਾਂਦੀ ਹੈ। ਇਹਦਾ ਮਤਲਬ ਫਸਟ ਡਾਇਗਰਾਮ ਠੀਕ ਲੱਗ ਰਹੀ ਹੈ, ਬਿਲਕੁਲ ਓਕੇ ਹੈ। ਸੈਕਿੰਡ ਡਾਇਗਰਾਮ ਦੇ ਵਿੱਚ ਵੇਖੀਏ ਤਾਂ ਆਪਾਂ ਸੈਕਿੰਡ ਦੇ ਵਿੱਚ ਰੇ ਜਿਹੜੀ ਹੈਗੀ ਹੈ ਉਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਆ ਰਹੀ ਹੈ ਔਰ ਫੋਕਸ ਵਿੱਚੋਂ ਨਿਕਲ ਰਹੀ ਹੈ। ਸੋ ਇਸ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ ਬਿਲਕੁਲ। ਜਦੋਂ ਵੀ ਰੇ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਆਉਂਦੀ ਹੈ ਤਾਂ ਹਮੇਸ਼ਾ ਫੋਕਸ ਵਿੱਚੋਂ ਪਾਸ ਕਰਦੀ ਹੈ, ਬਿਲਕੁਲ ਠੀਕ ਹੈਗੀ ਹੈ। ਸੈਕਿੰਡ ਵੀ ਠੀਕ ਹੈਗੀ ਹੈ। ਥਰਡ ਡਾਇਗਰਾਮ ਦੇ ਵਿੱਚ ਵੇਖੀਏ ਤਾਂ ਰੇ ਫੋਕਸ ਵਿੱਚੋਂ ਨਿਕਲ ਰਹੀ ਹੈ ਔਰ ਪੈਰਲਲ ਹੋ ਰਹੀ ਹੈ, ਠੀਕ ਹੈ। ਅਗਰ ਪੈਰਲਲ ਹੋਏਗੀ ਤਾਂ ਫੋਕਸ ਵਿੱਚੋਂ ਨਿਕਲੇਗੀ, ਫੋਕਸ ਵਿੱਚੋਂ ਨਿਕਲੇਗੀ ਤਾਂ ਪੈਰਲਲ ਹੋ ਜਾਏਗੀ, ਇਹ ਵੀ ਠੀਕ ਹੈ। फोर्थ ਦੇ ਵਿੱਚ ਵੇਖੀਏ ਫੋਕਸ ਤੋਂ ਜਾ ਰਹੀ ਹੈ ਔਰ ਫਿਰ ਫੋਕਸ ਵਿੱਚ। ਸੋ ਦਿਸ ਡਾਇਗਰਾਮ ਦਿਸ ਇਹ ਸਹੀ ਨਹੀਂ ਹੈਗੀ ਆਪਣੇ ਕੋਲੇ, ਇਹ ਡਾਇਗਰਾਮ ਓਕੇ ਨਹੀਂ ਹੈਗੀ। ਇਹ ਲਾਈਨ ਐਵੇਂ ਪੈਰਲ ਜਾਣੀ ਚਾਹੀਦੀ ਸੀ। ਇਹਦਾ ਮਤਲਬ ਦਿਸ ਡਾਇਗਰਾਮ ਇਜ਼ ਨੋਟ ਕਰੈਕਟ। ਸੋ ਫਸਟ ਵੀ ਠੀਕ ਹੈ, ਸੈਕਿੰਡ ਵੀ ਠੀਕ ਹੈ, ਥਰਡ ਵੀ ਠੀਕ ਹੈ। ਸੋ ਵੇਖੀਏ ਆਪਸ਼ਨ ਕਿਹੜੀ ਸੈੱਟ ਆਏਗੀ ਆਪਣੇ ਕੋਲੇ। ਦ ਆਪਸ਼ਨ ਸੀ ਵਿਲ ਬੀ ਦਾ ਕਰੈਕਟ ਆਂਸਰ। ਸੋ ਜਿਹੜਾ ਸੀ ਹੈ ਉਹ ਬਿਲਕੁਲ ਸਹੀ ਆਂਸਰ ਹੋਏਗਾ। ਤਾਂ ਪਹਿਲੇ ਕੁਐਸਚਨ ਦਾ ਆਂਸਰ ਆਏਗਾ ਸੀ। ਸੋ ਵੈਰੀ ਇੰਟਰਸਟਿੰਗ ਕੁਐਸਚਨ, ਬਹੁਤ ਵਧੀਆ ਸੀਗਾ। ਆਪਾਂ ਆਇਡੈਂਟੀਫਾਈ ਕਰਨਾ ਸੀ ਵੀ ਕਿਹੜੀ ਡਾਇਗਰਾਮ ਓਕੇ ਹੈ। So let us move on to the second question. Are you ready? Okay. So this question is very, ये मैंने बड़ा अच्छा लगा क्वेश्चन, ये वाला बड़ा अच्छा क्वेश्चन है। दिस इज ए वेरी इंटरेस्टिंग क्वेश्चन। कहना ये बीम ऑफ लाइट इज इंसिडेंट थ्रू ए होल्स ऑफ ए साइड ए। ਇੱਥੇ ਕੋਈ ਬਾਕਸ ਹੈਗਾ ਇਹ, ਇਹਦੇ ਵਿੱਚੋਂ ਏ ਸਾਈਡ ਤੋਂ ਕੁਝ ਰੇਜ਼ 1 2 3 4 5 10 ਰੇਜ਼ ਨੇ, ਇਹ ਐਂਟਰ ਕਰ ਰਹੀਆਂ ਨੇ ਔਰ ਦੂਜੇ ਪਾਸਿਓਂ ਬਾਹਰ ਨਿਕਲ ਰਹੀਆਂ ਨੇ। ਦੱਸੋ ਕਹਿੰਦਾ ਇਸ ਬਾਕਸ ਦੇ ਅੰਦਰ ਕੀ ਰੱਖਿਆ ਹੋ ਸਕਦਾ ਹੈ। ਇਹਦੇ ਅੰਦਰ ਕਹਿੰਦਾ ਕਨਕੇਵ ਲੈਂਸ ਹੋ ਸਕਦਾ ਹੈ, ਜਾਂ ਗਲਾਸ ਸਲੈਬ ਹੈ, ਜਾਂ ਕਨਵੈਕਸ ਲੈਂਸ ਹੈ, ਜਾਂ ਪ੍ਰਿਜ਼ਮ ਹੈ। ਹੁਣ ਇੱਥੇ ਨਾ ਅਗਰ ਆਪਾਂ ਉਸਨੂੰ ਡਾਇਰੈਕਟ ਵੇਖੀਏ ਤਾਂ ਆਪਾਂ ਨੂੰ ਲੱਗੇਗਾ ਵੀ ਡਾਈਵਰਜ ਹੋ ਰਹੀਆਂ ਨੇ ਕਿਰਨਾਂ, ਤੇ ਆਪਾਂ ਨੂੰ ਲੱਗੇਗਾ ਵੀ ਇਹ ਕਨਕੇਵ ਲੈਂਸ ਹੈ, ਮਤਲਬ ਖਿਲਰ ਰਹੀਆਂ ਨੇ। ਪਰ ਐਵੇਂ ਨਹੀਂ, ਤੁਸੀਂ ਜਿਹੜਾ ਧਿਆਨ ਦਿਓ ਥੱਲੜੇ ਪਾਸੇ ਲੈਫਟ ਸਾਈਡ ਤੇ ਇਹ ਵਾਲੀ ਚੀਜ਼, ਇਹ ਫਸਟ ਵਨ ਹੈ ਔਰ ਉੱਪਰ ਇਹ ਫਸਟ ਹੈਗੀ ਹੈ ਇੱਧਰਲੇ ਪਾਸੇ। ਇਹਦਾ ਮਤਲਬ ਰੇ ਜਿਹੜੀ ਹੈ ਉਹ ਐਂ ਜਾ ਰਹੀ ਹੈ ਇੱਧਰ ਐ ਕਰਕੇ। ਸਿਮਿਲਰਲੀ ਅਗਰ ਆਪਾਂ 10th ਦੀ ਗੱਲ ਕਰੀਏ ਤਾਂ ਇਹ ਇੱਧਰ ਹੈ, ਇਹ ਥੱਲੇ ਐਵੇਂ ਆ ਰਹੀ ਹੈ। ਇਹਦਾ ਮਤਲਬ ਇਹ ਰੇਜ਼ ਜਿਹੜੀਆਂ ਐ ਕਨਵਰਜ ਹੋ ਰਹੀਆਂ ਨੇ, ਇਕੱਠੀਆਂ ਹੋ ਰਹੀਆਂ ਨੇ। ਇਸ ਦਾ ਮਤਲਬ ਇਹ ਹੈ ਕਿ ਡੈਫੀਨੇਟਲੀ ਇਸ ਦੇ ਵਿੱਚ ਗਲਾਸ ਸਲੈਬ ਤਾਂ ਨਹੀਂ ਹੈਗੀ ਜੀ, ਪ੍ਰਿਜ਼ਮ ਵੀ ਨਹੀਂ। ਇਹਦਾ ਮਤਲਬ ਇਹਦਾ ਆਂਸਰ ਆਏਗਾ ਸੀ, ਇਹਦੇ ਕਨਵੈਕਸ ਲੈਂਸ। ਇਹਦੇ ਵਿੱਚ ਕਨਵੈਕਸ ਲੈਂਸ ਰੱਖਿਆ ਹੋਇਆ ਹੈ, ਉੱਤਲ ਲੈਂਸ ਰੱਖਿਆ ਹੋਇਆ, ਦੈਟ ਇਜ਼ ਵਾਈ ਇਹ ਰੇਜ਼ ਇਕੱਠੀਆਂ ਹੋ ਰਹੀਆਂ ਨੇ। ਵੈਸੇ ਵੇਖਣ ਵਿੱਚ ਲੱਗਦਾ ਹੈ ਅਗਰ ਆਪਾਂ ਨੂੰ, ਅਗਰ ਇੱਥੇ ਕੋਈ ਰੇਜ਼ ਨਾ ਬਣੀਆਂ ਹੁੰਦੀਆਂ, 1 2 3 ਨਾ ਮਾਰਕ ਕੀਤਾ ਹੁੰਦਾ, ਫਿਰ ਤਾਂ ਰੇਜ਼ ਆਪਣੇ ਖਿਲਰ ਰਹੀਆਂ ਨੇ, ਇਹਦਾ ਮਤਲਬ ਕਨਕੇਵ ਲੈਂਸ ਹੋ ਸਕਦਾ ਸੀ। ਬਟ ਇੱਥੇ ਇਸ ਦਾ ਆਂਸਰ ਆਊਗਾ ਕਨਵੈਕਸ ਲੈਂਸ। ਸੋ ਦਿਸ ਇਜ਼ ਦਾ ਕੁਐਸਚਨ ਨੰਬਰ 2। ਵੈਰੀ ਇੰਟਰਸਟਿੰਗ ਕੁਐਸਚਨ। ਲੈਟ ਅਸ ਮੂਵ ਔਨ ਟੂ ਦਾ ਕੁਐਸਚਨ ਨੰਬਰ 3rd। ਲਓ ਜੀ ਬੱਚਿਓ, ਕਹਿੰਦਾ ਜੀ ਦ ਪਾਥ ਆਫ ਰੇ ਆਫ ਲਾਈਟ ਕਮਿੰਗ ਫਰੋਮ ਏਅਰ ਪਾਸਿੰਗ ਥਰੂ ਰੈਕਟੈਂਗੂਲਰ ਗਲਾਸ ਸਲੈਬ ਇਜ਼ ਟ੍ਰੇਸਡ ਬਾਈ 4 ਸਟੂਡੈਂਟ। 4 ਬੱਚਿਆਂ ਨੇ ਜੀ ਇਹ ਡਾਇਗਰਾਮ ਬਣਾਈ ਹੈ ਗਲਾਸ ਸਲੈਬ ਦੇ ਵਿੱਚੋਂ। ਦੱਸਣਾ ਜੀ ਇਹਨਾਂ ਵਿੱਚੋਂ ਠੀਕ ਕਿਸ ਨੇ ਬਣਾਈ ਹੈ। 4 ਬੱਚਿਆਂ ਵਿੱਚੋਂ ਇੱਕ ਨੇ ਤਾਂ ਗਲਤ ਕਰਤੀ ਹੋਣੀ, 2 ਨੇ ਵੀ ਕਰ ਸਕਦੇ, ਹੋ ਸਕਦਾ 4 ਨੇ ਗਲਤ ਕੀਤੀ ਹੋਵੇ। ਲੈਟ ਅਸ ਸੀ। ਫਸਟ ਦੇ ਵਿੱਚ ਵੇਖੋ ਜੀ, ਫਸਟ ਕੰਡੀਸ਼ਨ ਦੇ ਵਿੱਚ ਰੇ ਸਟ੍ਰੇਟ ਜਾ ਰਹੀ ਹੈ ਬਿਲਕੁਲ, ਹੈ ਨਾ। ਸੋ ਇਹ ਤਾਂ ਨਹੀਂ ਗੱਲ ਬਣਦੀ ਜੀ, ਸਟ੍ਰੇਟ ਤਾਂ ਨਹੀਂ ਜਾਏਗੀ, ਮੁੜੇਗੀ ਕਿਤੇ ਨਾ ਕਿਤੇ, ਇਟ ਵਿਲ ਬੈਂਡ। ਇੱਥੇ ਵੇਖੀਏ ਅਗਰ ਆਪਾਂ, ਹਾਂ ਇਹ ਮੈਨੂੰ ਠੀਕ ਲੱਗ ਰਹੀ ਹੈ। ਇੱਥੇ ਨੋਰਮਲ ਬਣਾ ਦਈਏ ਆਪਾਂ ਤਾਂ ਇਹ ਪਹਿਲਾਂ
क्योंकि विरले माध्यम तो करने हैं, मतलब रेयर मीडियम टू डेंसर मीडियम जा रही है, सर टुवार्ड नॉर्मल बेंड कर रही है और फिर नॉर्मल तो दूर जा रही है अभिलंब तो। ये डायरा मैं ठीक लग रही है, ਆਪਾਂ ਬਾਕੀ ਵੇਖ ਲਈਏ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਫਾਈਨਲ ਡਿਸੀਜਨ ਤੇ ਪਹੁੰਚੀਏ। ਇੱਥੇ ਵੀ ਗਲਤ ਹੈ ਜੀ, ਇਹ ਸਟੇਟ ਤਾਂ ਨਹੀਂ ਆਏਗੀ, ਮੁੜੇਗੀ, ਕਿਤੇ ਨਾ ਕਿਤੇ ਮੁੜਨੀ ਚਾਹੀਦੀ ਹੈ। ਔਰ ਇਹਦੇ ਵਿੱਚ ਕੀ ਹੈਗਾ, ਇੱਥੇ ਮੁੜ ਤਾਂ ਰਹੀ ਹੈ ਦੋਨੋਂ ਕੇਸਿਸ ਦੇ ਵਿੱਚ, ਲੇਕਿਨ ਦੋਨਾਂ ਵਿੱਚ ਇੱਕੋ ਡਾਇਰੈਕਸ਼ਨ 'ਚ ਮੁੜ ਰਹੀ ਹੈ। ਐਵੇਂ ਨਹੀਂ ਹੋਏਗਾ, ਕਿਉਂਕਿ ਇੱਕ ਵਾਰੀ ਰੇ ਜਿਹੜੀ ਹੈ ਉਹ ਵਿਰਲੇ ਤੋਂ ਸੰਘਣੇ 'ਚ ਜਾ ਰਹੀ ਹੈ ਔਰ ਫਿਰ ਸੰਘਣੇ ਤੋਂ ਵਿਰਲੇ 'ਚ ਜਾ ਰਹੀ ਹੈ। ਸੋ ਦਿਸ ਬੀ ਇਜ਼ ਦਾ ਰਾਈਟ ਆਂਸਰ। ਸੋ ਇਹਦਾ ਆਂਸਰ ਬੀ ਆਊਗਾ। ਬੀ ਜਿਹੜੇ ਬੱਚੇ ਨੇ ਡਾਇਗਰਾਮ ਬਿਲਕੁਲ ਠੀਕ ਬਣਾਈ ਹੈ, ਕਰੈਕਟ ਬਣਾਈ ਹੈ। ਸੋ ਦਿਸ ਇਜ਼ ਯੂਰ ਕੁਐਸਚਨ ਨੰਬਰ 3rd। ਲੈਟ ਅਸ ਮੂਵ ਔਨ ਟੂ ਦਾ ਕੁਐਸਚਨ ਨੰਬਰ 4। ਲਾਈਟ ਟਰੈਵਲ ਫਾਸਟੈਸਟ ਇਨ, ਸਭ ਤੋਂ ਤੇਜ਼ ਰਫਤਾਰ ਜਿਹੜੀ ਹੈ ਲਾਈਟ ਦੀ ਕਿਹੜੇ ਮਾਧਿਅਮ ਵਿੱਚ ਹੋਏਗੀ? ਪਾਣੀ ਦੇ ਵਿੱਚ ਹੋਏਗੀ, ਹਵਾ ਦੇ ਵਿੱਚ ਹੋਏਗੀ, ਗਲਾਸ ਦੇ ਵਿੱਚ ਹੋਏਗੀ ਜਾਂ ਡਾਇਮੰਡ ਦੇ ਵਿੱਚ ਹੋਏਗੀ? ਦੇਖੋ ਵਿਦਿਆਰਥੀਓ, ਇੱਥੇ ਧਿਆਨ ਦੇਣਾ ਹੈ, ਜੋ ਚੀਜ਼ ਜਿੰਦੀ ਘਣਤਾ ਆਪਟੀਕਲ ਡੈਂਸਿਟੀ ਜ਼ਿਆਦਾ ਹੈਗੀ ਹੈ ਉਨੀ ਸਪੀਡ ਘੱਟ ਹੈ। ਸੋ ਇਹਦੇ ਵਿੱਚ ਸਭ ਤੋਂ ਹਲਕਾ ਕੌਣ ਹੈ? ਇਹਦੇ ਵਿੱਚੋਂ ਸਭ ਤੋਂ ਹਲਕਾ ਏਅਰ ਹੈ। ਸੋ ਏਅਰ ਦੇ ਇਹਦਾ ਮਤਲਬ ਇਹ ਹੈ ਕਿ ਏਅਰ ਦੇ ਵਿੱਚ ਜਿਹੜੀ ਹੈ ਸਪੀਡ ਸਭ ਤੋਂ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਪਾਣੀ ਹੋ ਜਾਂਦਾ ਹੈ ਜੀ, ਪਾਣੀ 'ਚ ਆ ਜਾਂਦਾ, ਪਾਣੀ ਥੋੜ੍ਹਾ ਜਿਹਾ ਘਣਾ ਹੁੰਦਾ ਹੈ ਐਜ਼ ਕੰਪੇਅਰ ਟੂ ਏਅਰ, ਫਿਰ ਗਲਾਸ ਔਰ ਫਿਰ ਡਾਇਮੰਡ। ਅਗਰ ਇਹ ਕੁਐਸਚਨ ਐਵੇਂ ਆਉਂਦਾ ਕਿ ਸਭ ਤੋਂ ਘੱਟ ਕਿੱਥੇ ਹੋਏਗੀ ਤਾਂ ਆਂਸਰ ਕੀ ਆਉਣਾ ਸੀ? ਡਾਇਮੰਡ ਆਉਣਾ ਸੀ। ਸੋ ਇੱਥੇ ਆਪਣੇ ਕੋਲ ਕਿਉਂਕਿ ਉਸਨੇ ਫਾਸਟੈਸਟ ਪੁੱਛਿਆ ਤਾਂ ਇਹਦਾ ਆਂਸਰ ਆਪਣਾ ਕੋਲ ਏਅਰ ਆਏਗਾ। ਸੋ ਦਿਸ ਇਜ਼ ਯੂਰ ਕੁਐਸਚਨ ਨੰਬਰ 4। ਅੱਗੇ ਵਧਦੇ ਹਾਂ। ਦਿਸ ਇਜ਼ ਆਲਸੋ ਵੈਰੀ ਇੰਟਰਸਟਿੰਗ, ਬੜਾ ਅੱਛਾ ਕੁਐਸਚਨ ਹੈਗਾ। ਕਹਿੰਦਾ ਇੱਕ ਬੱਚਾ ਹੈ, ਉਹਨੇ ਇੱਕ ਡਿਵਾਈਸ ਯੂਜ਼ ਕੀਤਾ ਇਹ ਵਾਲਾ ਐਕਸ ਵਾਲਾ, ਇਹ ਜਿਹੜਾ ਇੱਥੇ ਜਿੱਥੇ ਐਕਸ ਲਿਖਿਆ ਹੋਇਆ ਹੈ ਉਸ ਬੱਚੇ ਨੇ ਇਹ ਡਿਵਾਈਸ ਯੂਜ਼ ਕੀਤਾ ਹੈ ਔਰ ਕਹਿੰਦਾ ਹੁਣ ਪਤਾ ਨਹੀਂ ਆਪਾਂ ਨੂੰ ਐਕਸ ਕੀ ਹੈਗਾ। ਇੱਕ ਸਕਰੀਨ ਦੇ ਉੱਤੇ ਲਾਈਟ ਇਕੱਠੀ, ਰੇਜ਼ ਆਫ ਲਾਈਟ ਇਕੱਠੀਆਂ ਹੋ ਰਹੀਆਂ ਨੇ ਔਰ ਸਕਰੀਨ ਤੇ ਇਸ ਡਿਵਾਈਸ ਦੇ ਵਿੱਚ 8 ਸੈਂਟੀਮੀਟਰ ਦੀ ਦੂਰੀ ਹੈ। ਦੱਸੋ ਕਹਿੰਦਾ ਕੀ ਹੈ ਇਹਦੇ ਵਿੱਚੋਂ? ਪਹਿਲਾ ਆਪਸ਼ਨ ਕੀ ਹੈ? ਕਹਿੰਦਾ ਇੱਕ ਕਨਕੇਵ ਲੈਂਸ ਹੈ ਜਿਹਦੀ ਫੋਕਲ ਲੈਂਥ 8 ਸੈਂਟੀਮੀਟਰ ਹੈ। ਕਨਕੇਵ ਦਾ ਕੰਮ ਰੇਜ਼ ਨੂੰ ਇਕੱਠਾ ਕਰਨਾ ਨਹੀਂ ਹੁੰਦਾ, ਕਨਕੇਵ ਦਾ ਕੰਮ ਰੇਜ਼ ਨੂੰ ਖਿਲਾਰਨਾ ਹੁੰਦਾ। ਇਹਦਾ ਮਤਲਬ ਫਸਟ ਆਪਸ਼ਨ ਤਾਂ ਇਹ ਤਾਂ ਨਹੀਂ ਜੀ, ਇਹ ਤਾਂ ਆਪਣੇ ਇਹ ਤਾਂ ਗਲਤ ਹੈ ਜੀ। ਦਿਸ ਇਜ਼ ਇਹ ਨਹੀਂ ਲੱਗਦਾ ਪਿਆ ਆਪ ਨੂੰ ਸੈੱਟ। ਦਿਸ ਡਿਵਾਈਸ ਇਜ਼ ए ਕਨਵੈਕਸ ਮਿਰਰ ਤਾਂ ਹੈ ਹੀ ਨਹੀਂ, ਮਿਰਰ ਕਿੱਥੇ ਹੈ ਜੀ? ਮਿਰਰ ਦੇ ਵਿੱਚ ਤਾਂ ਲਾਈਟ ਪਾਸ ਹੀ ਨਹੀਂ ਹੋਣੀ। ਇਹਦਾ ਮਤਲਬ ਬੀ ਆਪਸ਼ਨ ਵੀ ਨਹੀਂ ਹੈਗੀ। ਤਾਂ ਡਿਵਾਈਸ ਇਜ਼ ए ਕਨਵੈਕਸ ਲੈਂਸ ਆਫ ਫੋਕਲ ਲੈਂਥ 4 ਸੈਂਟੀਮੀਟਰ। ਨਹੀਂ, ਜੇ ਇਹ ਇਕੱਠੀਆਂ ਕਿੱਥੇ ਇਕੱਠੀ ਹੋਏਗੀ? ਫੋਕਸ ਤੇ ਇਕੱਠੀਆਂ ਹੋਣਗੀਆਂ। ਸੋ ਇਹਦਾ ਜਿਹੜਾ ਲਾਸਟ ਆਪਸ਼ਨ ਹੈ, ਦਿਸ ਡਿਵਾਈਸ ਇਜ਼ ए ਕਨਵੈਕਸ ਲੈਂਸ ਆਫ ਫੋਕਲ ਲੈਂਥ 8 ਸੈਂਟੀਮੀਟਰ, ਇਹ ਬਿਲਕੁਲ ਸਹੀ ਜਵਾਬ ਹੈਗਾ। ਇਹਦਾ ਮਤਲਬ ਇਹਦਾ ਆਂਸਰ ਡੀ ਆਏਗਾ। ਸੋ ਡੀ ਵਿਲ ਬੀ ਦਾ ਆਂਸਰ, ਰਾਈਟ ਆਂਸਰ। ਲੈਟ ਅਸ ਮੂਵ ਔਨ ਟੂ ਦ ਨੈਕਸਟ ਕੁਐਸਚਨ। ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਵਿਚ ਆਫ ਦ ਫੋਲੋਇੰਗ ਲੈਂਸ ਇਜ਼ ਯੂਜ਼ਡ ਇਨ ਮਾਈਕਰੋਸਕੋਪ? ਤੁਸੀਂ ਸਾਰਿਆਂ ਨੇ ਮਾਈਕਰੋਸਕੋਪ ਵੇਖਿਆ ਹੋਏਗਾ, ਤੁਹਾਡੇ ਸਕੂਲ ਦੇ ਵਿੱਚ ਮਾਈਕਰੋਸਕੋਪ ਹੁੰਦਾ ਹੈ। ਸੋ ਮਾਈਕਰੋਸਕੋਪ ਦੇ ਵਿੱਚ ਦੋ ਲੈਂਸ ਹੁੰਦੇ ਨੇ ਬੇਸਿਕਲੀ। ਅਗਰ ਆਪਾਂ ਕੰਪਾਊਂਡ ਮਾਈਕਰੋਸਕੋਪ ਦੀ ਗੱਲ ਕਰੀਏ ਜਿਹਦੇ ਨਾਲ ਆਪਾਂ ਸੂਖਮ ਜੀਵਾਂ ਨੂੰ ਵੇਖਦੇ ਹਾਂ, ਤਾਂ ਉਹਦੇ ਵਿੱਚ ਕਨਵੈਕਸ ਲੈਂਸ ਲੱਗੇ ਹੁੰਦੇ ਨੇ। ਦੋਨੋਂ ਹੀ ਲੈਂਸ ਜਿਹੜੇ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਦੈਟ ਇਜ਼ ਦਾ ਕਨਵੈਕਸ ਲੈਂਸ। ਸੋ ਆਪਣੇ ਕੋਲ ਕਨਵੈਕਸ ਲੈਂਸ, ਇਸ ਦਾ ਆਂਸਰ ਬੀ ਆਂਸਰ ਆਏਗਾ। ਬੀ ਆਂਸਰ ਵਿਲ ਬੀ ਦਾ ਰਾਈਟ ਆਂਸਰ। ਕਨਵੈਕਸ ਲੈਂਸ ਇਜ਼ ਦਾ ਰਾਈਟ ਆਂਸਰ। 7th ਕੁਐਸਚਨ ਵੱਲ ਵਧਦੇ ਹਾਂ ਜੀ ਆਪਾਂ। ਲੈਟ ਅਸ ਮੂਵ ਔਨ ਟੂ ਦਾ 7th ਕੁਐਸਚਨ। Where should an object be placed so that real and inverted image of same size is obtained using a convex lens? ਕਹਿੰਦਾ ਜੀ ਕਨਵੈਕਸ ਲੈਂਸ ਹੈ ਆਪਣੇ ਕੋਲ, ਥੋੜਾ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਇਹ ਕਨਵੈਕਸ ਲੈਂਸ ਹੈ ਆਪਣੇ ਕੋਲ, ਇਸ ਤਰ੍ਹਾਂ ਕਨਵੈਕਸ ਲੈਂਸ ਹੁੰਦਾ ਹੈ। ਇੱਥੇ ਐਫ ਹੁੰਦਾ ਹੈ, ਇੱਥੇ ਵੀ ਐਫ ਹੁੰਦਾ ਹੈ, ਇੱਥੇ 2F ਹੁੰਦਾ ਹੈ ਅਤੇ ਇੱਥੇ ਵੀ 2F ਹੁੰਦਾ ਹੈ। ਹੁਣ ਕਹਿੰਦਾ ਜੇ ਆਪਾਂ ਇੱਥੇ ਰੱਖੀਏ ਇਮੇਜ ਨੂੰ 2F 'ਤੇ, ਤਾਂ ਤੁਹਾਨੂੰ ਸ਼ਾਇਦ ਪਿੱਛੇ ਤੁਸੀਂ ਮੇਰੇ ਲੈਕਚਰ ਵਿੱਚ ਵੇਖੋਗੇ ਤਾਂ 2F 'ਤੇ ਰੱਖਣ 'ਤੇ ਇਮੇਜ ਜਿਹੜੀ ਹੈ ਉਹ ਕਿੱਥੇ ਬਣਦੀ ਹੈ? 2F 'ਤੇ ਬਣਦੀ ਹੈ, ਇੱਥੇ ਹੀ ਬਣੂਗੀ ਆਪਣੇ ਕੋਲ। ਇਹਦਾ ਮਤਲਬ ਦਾ ਆਂਸਰ ਕੀ ਆਊਗਾ? ਐਟ 2F। ਮਤਲਬ ਜੇ ਆਪਾਂ ਸੇਮ ਸਾਈਜ਼ ਦੀ ਇਮੇਜ ਚਾਹੁੰਦੇ ਹਾਂ ਔਰ ਇਨਵਰਟਡ ਉਲਟੀ ਚਾਹੁੰਦੇ ਹਾਂ ਤਾਂ ਉਹ ਕਿੱਥੇ ਰੱਖਣੀ ਪਊਗੀ ਆਪਾਂ ਨੂੰ? ਆਬਜੈਕਟ ਨੂੰ ਕਿੱਥੇ ਰੱਖਣਾ ਪਊਗਾ? 2F 'ਤੇ ਰੱਖਣਾ ਪਊਗਾ। then it will be the right answer. So 2F is the right answer. SI unit of the power of the lens is, देखो ਲੈਂਸ ਦੀ ਪਾਵਰ ਹੁੰਦੀ, ਮਿਰਰ ਦੀ ਪਾਵਰ ਨਹੀਂ ਹੁੰਦੀ, ਲੈਂਸ ਦੀ ਪਾਵਰ ਹੁੰਦੀ ਹੈ। ਔਰ ਲੈਂਸ ਦੀ ਪਾਵਰ ਨੂੰ ਹਮੇਸ਼ਾ ਡਾਇਓਪਟਰ ਵਿੱਚ ਮਾਪਿਆ ਜਾਂਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਟ ਇਜ਼ ਆਲਵੇਜ਼ ਮੇਜਰਡ ਇਨ ਦਾ ਡਾਇਓਪਟਰ 'ਚ ਆਪਾਂ ਇਸ ਨੂੰ ਮਾਪਾਂਗੇ। ਸੋ ਇਹਦਾ ਆਂਸਰ ਕੀ ਆਏਗਾ ਆਪਣੇ ਕੋਲ? ਦਾ ਆਂਸਰ ਇਜ਼ ਡਾਇਓਪਟਰ। ਡਾਇਓਪਟਰ ਇਜ਼ ਦਾ ਰਾਈਟ ਆਂਸਰ। So let us move on to the next question. The lens formula is lens formula is, तीन गलत लिखा है, lens formula is. So lens formula की है अपने को? What is lens formula? Lens formula भी तुम पता होना चाहिए। It is 1/v minus 1/u is equal to 1/f. ये मिरर फॉर्मूला है जी। this is मिरर फॉर्मूला। बाकी ये तो बनता ही कुछ नहीं जी ना, ये तो गलत है। ये एक्चुअली इसनू जिहड़ा है एक्चुअली विच इसनू
वैसे देखा ये सैकेंड बी एंड सी एंड डी बोथ ऑप्शनस ठीक लगदियां पियां ने मैनू। यस, बी एंड सी इत्थे वेखो ध्यान दिओ, देखो इस क्वेश्चन में की आएगा अपने को 1/v माइनस 1/f इज इक्वल टू 1/u। 1/f अगर आप राइट साइड से लियावांगे और 1/u लैफ्ट से लियावांगे तो सी। सो इसका आंसर बोथ सी एंड डी आऊगा जी, बोथ सी एंड डी इसका आंसर आएगा, क्योंकि जी सी और जो डी है वो दोनों एक ही चीज़ है एक्चुअली, जो उन्हें रीअरेंज ही किया है। सो सी एंड डी इज़ द राइट आंसर। सो लेट अस मूव ऑन टू द लास्ट क्वेश्चन। लास्ट क्वेश्चन वाल बढ़ते हैं आप। बच्चे ने परफॉर्म किया जी, कुछ इमेजिज बनाई ने, दसो जी कहते ट्री की इमेज उन्हें फोकस की है स्क्रीन के उत्ते, तो किहड़ी इमेज होएगी इहदे विचों। देखो आप इनू गल करिए, ट्री एवें हॉरिजोंटल होंदा नहीं गा, सो ये तो नहीं हैगी जी, दिस इज़ नॉट, ये तो नहीं है अपने को, फर्स्ट ऑप्शन तो नहीं हैगी, दिस इज़ नॉट। कन्वैक्स लैंस सीधी इमेज बनाता है, पर सीधी इमेज नू वर्चुअल इमेज नू स्क्रीन पर ऑबटेन नहीं किया जा सकता। सो दिस इज़ ऑल्सो रॉन्ग। ये तो यो सेम ही केस हो गया, दिस इज़ ऑल्सो रॉन्ग। तो मतलब डी इज़ द राइट आंसर। सो डी इज़ द राइट आंसर। सो दीज आर द 10 क्वेश्चनस, तुहानू 10 क्वेश्चनस करवाए ने। सैकेंड पार्ट अपना कंप्लीट हो चुका है। आई होप तुहानू सारिਆਂ ਨੂੰ अच्छा लगा होगा। लाइट के उत्ते एक क्विज आप होर करांगे, MCQ एक होर करांगे, उस तो बाद फिर आप अगले टॉपिक वाल वधांगे। सो मैक्सिमम पार्टिसिपेट करो और अपने स्कोर ਨੂੰ प्लीज़ कमेंट सैक्शन 'ਚ ਦੱਸਣਾ। ਆਪਾਂ ਇੱਕ ਹੋਰ ਲੈਕਚਰ ਦੇ ਨਾਲ ਜਲਦੀ ਮਿਲਾਂਗੇ। ਤਦ ਦੇ ਲਈ ਬਹੁਤ ਬਹੁਤ ਥੈਂਕ ਯੂ। ਸਟੇ ਸੇਫ ਐਂਡ ਕੀਪ ਲਰਨਿੰਗ। ਥੈਂਕ ਯੂ।